जी अस्सलाम वालेकुम। मैं राणा असलम खान वकार पंजाबी बेस्ट फॉरएवर यूट्यूब चैनल तो ते अज दा व्लॉग असीं ना शुरू करते हैं। तो समीउल्ला अज ना दीवार की ना लपाई शुरू करन लगा वा। तो ये जी तुहानूं दिखाने हैं कि की मरहला है। तो यह जनाब है कहानी बनी पई है। एक कहानी है आ मिट्टी ते तूड़ी ते गोबर ते ए समीउल्ला जनाब ना शुरू। अच्छा समीउल्ला कितने दिन होए आ कहानी बनी नूं? कहानी बनी नूं आज तीसरा दिन है जी। अच्छा तीसरा दिन। हाँ जी। ते हुण तां माशाअल्लाह जिहड़ा ना बड़ा नरम ते मुलायम होया है गारा है। ये है जी ये मिट्टी हुंदी जी ਇਹਦਾ जी थोड़ी जी गाली ਜਾਂਦੀ जी। कोई चीज़ जिवें गालियों बनदी जी मसलन जी ਇਹਨੂੰ ਗਾਲਣਾ ਪੈਂਦਾ ਜੀ। ਮਿੱਟੀ ਫਿਰ ਥੋੜੀ ਜੀ 3-4 ਦਿਨ ਲੈ ਜਾਂਦੀ ਗਲਣ ਲੱਗੀ। अच्छा हाँ जी। ਤੇ ਇਹ ਹੁਣ ਇਹਨਾਂ ਦੇ ਪਹਿਲੇ ਥੋਬੇ ਮਾਰੋਗੇ? हाँ जी ਇਹਨਾਂ ਦੇ ਥੋਬੇ ਮਾਰੂਗੇ ਜੀ। ਪਾਣੀ ਛਿੜਕਿਆ ਪਹਿਲੇ ਜੀ ਅੱਛਾ ਇਹਨੇ ਜੀ। ਹਾਂ ਅੱਛਾ ਤੇ ਪਹਿਲੇ ਹੁਣ ਲੱਗਦੇ ਪਏ ਥੋਬੇ ਜੀ। ਹਾਂ ਹਾਂ ਉਸ ਤੋਂ ਬਾਅਦ ਫਿਰ ਜਦੋਂ ਇਹ ਥੋੜੇ ਜਿਹਾ ਗਰਮਾਲੇ ਵਾਲੇ ਹੋ ਜਾਣੇ ਜੀ ਹਾਂ ਹਾਂ ਫਿਰ ਇਹਨਾਂ ਤੇ ਗਰਮਾਲਾ ਫੇਰ ਆ ਜਾਣਾ ਜੀ ਇਹਨਾਂ ਤੇ। ਠੀਕ ਹੈ। हाँ जी। ਚਲੋ ਇਸ ਤਰ੍ਹਾਂ ਤੁਸੀਂ ਕੰਮ ਕਰਦੇ ਆ ਤੇ ਫਿਰ ਇਸ ਤਰ੍ਹਾਂ ਦਿਖਾਉਂਦੇ ਆ। ਤੇ ਮੈਂ ਨਾ ਗੱਲ ਕਰਾਂਗਾ ਕਿ ਬਹੁਤ ਪੁਰਾਣੇ ਵਕਤਾਂ ਦੀ ਕਿ ਇਹ ਕੋਈ ਸਨ 80 ਤੋਂ ਪਹਿਲੇ ਦੀ ਗੱਲ ਆ ਕਿ ਉਦੋਂ ਨਾ ਸਾਡੇ ਮਕਾਨ ਜਿਹੜੇ ਆ ਨਾ ਭਾਈ ਫੇਰੂ ਉਹ ਗੱਗਾ ਸਰਾਏ ਉਹ ਕੱਚੇ ਹੁੰਦੇ ਸੀ। ਤੇ ਉਦੋਂ ਮਕਾਨ ਜਿਹੜੇ ਆ ਨਾ 2 ਦਫਾ ਜਿਹੜੇ ਆ ਨਾ ਲਿਪੇ ਜਾਂਦੇ ਸੀ। ਇੱਕ ਦਫਾ ਇਹਨਾਂ ਦਿਨਾਂ 'ਚ ਸਰਦੀਆਂ ਸ਼ੁਰੂ ਹੋਣ ਤੋਂ ਪਹਿਲੇ ਤੇ ਇੱਕ ਦਫਾ ਜਦੋਂ ਸਰਦੀਆਂ ਖਤਮ ਹੁੰਦੀਆਂ ਸੀ। ਤੇ ਉਦੋਂ ਜਿਹੜਾ ਇੱਕ ਤਾਂ ਚੀਜ਼ ਹੈ ਸੀ ਕਿ ਗੋਬਰ ਮਿੱਟੀ ਵਾਲਾ ਤਾਂ ਹੈ ਸੀ। ਇੱਕ ਛੱਪੜ 'ਚੋਂ ਨਾ ਮਿੱਟੀ ਕੱਢੀ ਜਾਂਦੀ ਸੀ ਤੇ ਛੱਪੜ 'ਚੋਂ ਜਿਹੜੀ ਮਿੱਟੀ ਕੱਢਦੇ ਸੀ ਨਾ ਉਹ ਬੜੀ ਚੀਕਣੀ ਹੁੰਦੀ ਸੀ। ਆਮ ਤੌਰ 'ਤੇ ਜਿਹੜਾ ਨਾ ਜਿਨ੍ਹਾਂ ਘਰਾਂ ਦੀਆਂ ਕੁੜੀਆਂ ਹੁੰਦੀਆਂ ਸੀ ਜ਼ਰਾ ਤੇ ਉਹ ਉੱਥੇ ਛੱਪੜ 'ਚੋਂ ਨਾ ਕਿਨਾਰਿਆਂ ਤੋਂ ਕੱਢ ਲੈਂਦੇ ਸੀ। ਤੇ ਪਰ ਮੈਨੂੰ ਇਤਫਾਕ ਜਿਹੜਾ ਨਾ ਇਹ ਮਿੱਟੀ ਕੱਢਣ ਦਾ ਖੁਦ ਵੀ ਹੋਇਆ ਕਿਉਂਕਿ ਨਾ ਮੇਰੀ ਖਾਲਾ ਕੇ ਕੋਈ ਬੇਟੀ ਕੋਈ ਨਹੀਂ ਸੀ ਤੇ ਛੋਟਾ ਮੈਂ ਸੀ। ਤੇ ਬਸ ਫਿਰ ਇਹੀ ਹੁੰਦਾ ਸੀ ਕਿ ਦਿਨੇ ਜਿਹੜਾ ਵਾ ਨਾ ਉਹ ਮਿੱਟੀ ਜਿਹੜੀ ਹੈ ਨਾ ਉਹ ਛੱਪੜ ਤੋਂ ਅਸੀਂ ਵੀ ਕੱਢਦੇ ਰਹੇ ਹਾਂ। ਬੜੀ ਚੀਕਣੀ ਕਿਸਮ ਦੀ ਨਾ ਮਿੱਟੀ। ਤੇ ਉਦੋਂ ਇੰਨਾ ਕੋਈ ਹਾਈਜੀਨ ਵਾਲਾ ਵੀ ਰੌਲਾ ਕੋਈ ਨਹੀਂ ਹੁੰਦਾ ਸੀ। ਛੱਪੜ 'ਚ ਗੋਤੇ ਲਾ ਕੇ ਜਿਹੜਾ ਵਾ ਨਾ ਨੀਚੋਂ ਮਿੱਟੀ ਨਾਲ ਤਸਲਾ ਭਰ ਲਈਦਾ ਸੀ ਤੇ ਕਿਨਾਰੇ 'ਤੇ ਜਿਹੜਾ ਨਾ ਲੈ ਆਈਦਾ ਸੀ। ਤੇ ਬਹੁਤ ਮੁਲਾਇਮ ਕਿਸਮ ਦੀ। ਤੇ ਫਿਰ ਉੱਥੋਂ ਜਿਹੜਾ ਵਾ ਨਾ ਜਦੋਂ ਰਾਤ ਪੈ ਜਾਂਦੀ ਸੀ ਤੇ ਫਿਰ ਖਾਲਾ ਉਹ ਤੋਂ ਕਿਨਾਰੇ ਤੋਂ ਨਾ ਉਹ ਚੱਕ ਲਿਆਉਂਦੇ ਸੀ। ਤੇ ਬੜਾ ਯਾਨੀ ਕਿ ਜਿਹੜਾ ਨਾ ਮਿੱਟੀ ਵਾਲਾ ਜਿਹੜਾ ਹੁੰਦਾ ਸੀ ਇਹਨਾਂ ਦਿਨਾਂ 'ਚ ਬੜਾ ਇਸਤਮਾਮ ਹੁੰਦਾ ਸੀ। ਰਲ ਕੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਲਗਾਰੀਆਂ ਹੁੰਦੀਆਂ ਸੀ। 3-3 4-4 ਘਰਾਂ ਤੋਂ ਨਾ ਔਰਤਾਂ ਆ ਜਾਂਦੀਆਂ ਸੀ। ਫਿਰ ਉਹ ਛੱਤਾਂ ਲਿਪਦੇ ਸੀ। ਫਿਰ ਇਸ ਤਰ੍ਹਾਂ ਵਿਹੜੇ ਜਿਹੜੇ ਆ ਉਹ ਲਿਪਣੇ ਤੇ ਜਿਹੜੇ ਕੋਠੇ ਹੋਣੇ ਆ ਉਹ ਲਿਪੇ ਜਾਂਦੇ ਸੀ। ਤੇ ਬਸ ਆਹਿਸਤਾ ਆਹਿਸਤਾ ਯਾਨੀ ਕਿ ਚੀਜ਼ਾਂ ਜਿਹੜੀਆਂ ਨਾ ਉਹ ਖਤਮ ਹੁੰਦੀਆਂ ਚਲੀਆਂ ਗਈਆਂ। ਤੇ ਇਹ ਸਾਰਾ ਯਾਨੀ ਕਿ ਜਿਹੜਾ ਕਲਚਰ ਸੀ ਨਾ ਉਹ ਖਤਮ ਹੋ ਗਿਆ। ਉਸ ਤੋਂ ਬਾਅਦ ਫਿਰ ਉਹ ਪੱਕੀ ਕੰਧਾਂ 82 'ਚ ਅਸੀਂ ਜਦੋਂ ਫਿਰ ਮਕਾਨ ਬਣਾਏ ਉੱਥੇ ਪੱਕੇ ਬਣਾ ਲਏ। ਤੇ ਫਿਰ ਇਹਦੇ ਨਾਲ ਹੀ ਯਾਨੀ ਕਿ ਉਹ ਜਿਹੜਾ ਮਿੱਟੀ ਲਾਣੇ ਵਾਲਾ ਜਿਹੜਾ ਨਾ ਕਲਚਰ ਉਹ ਖਤਮ ਹੋ ਗਿਆ। ਤੇ ਪਹਿਲੇ ਵਰਨਾ ਇਹ ਸੀ ਕਿ ਕੱਚੇ ਮਕਾਨ ਤੇ ਕਦੇ ਤੇ ਸਿਰਕੀ ਦੀ ਛੱਤ ਤੇ ਬਾਲੇ ਤੇ ਸ਼ਤੀਰ। ਫਿਰ ਉਸ ਤੋਂ ਬਾਅਦ ਜਿਹੜਾ ਲੱਕੜੀ ਦੀ ਜਗ੍ਹਾ ਤੇ ਲੋਹਾ ਆਉਂਦਾ ਗਿਆ ਤੇ ਮਿੱਟੀ ਦੀ ਜਗ੍ਹਾ ਤੇ ਜਿਹੜਾ ਨਾ ਸੀਮਟ ਆਉਂਦਾ ਗਿਆ ਤੇ ਕੱਚੀ ਇੱਟ ਦੀ ਜਗ੍ਹਾ ਤੇ ਨਾ ਪੱਕੀ ਇੱਟ ਆ ਗਈ। ਤੇ ਬਸ ਜਿਸ ਤਰ੍ਹਾਂ ਫਿਰ ਉਹ ਚੀਜ਼ਾਂ ਆਈਆਂ ਤੇ ਫਿਰ ਕਾਫੀ ਸਾਰੀਆਂ ਜਿਹੜੀਆਂ ਪੇਚੀਦਗੀਆਂ ਕੰਪਲੀਕੇਸ਼ਨ ਜਿਹੜੀਆਂ ਨਾ ਇਨਸਾਨੀ ਜ਼ਿੰਦਗੀ 'ਚ ਵੱਧਦੀਆਂ ਗਈਆਂ। ਤੇ ਹੁਣ ਜਿਹੜੇ ਕਈ ਸੂਝ-ਬੂਝ ਰੱਖਣ ਵਾਲੇ ਬੰਦੇ ਆਏ ਆ ਉਹ ਇਸ ਗੱਲ 'ਤੇ ਬੜਾ ਜ਼ੋਰ ਦੇ ਰਹੇ ਆ ਕਿ ਸਾਨੂੰ ਨਾ ਆਪਣੇ ਉਹ ਕੱਚੀ ਜਿਹੜੀ ਵਾਸੋਂ ਸੀ ਉਹਦੇ ਵੱਲ ਜਾਣਾ ਚਾਹੀਦਾ ਵਾ। ਤੇ ਕਈ ਬੰਦਿਆਂ ਨੇ ਵੈਸੇ ਜਿਹੜੇ ਆ ਨਾ ਉਹ ਪੁਰਾਣੇ ਘਰ ਬਣਾਏ ਵੀ ਹੈ ਆ। ਤੇ ਪਾਕਿਸਤਾਨ 'ਚ ਵੀ ਇੱਕ NCA ਦੇ ਆਰਕੀਟੈਕਟ ਹੈ ਉਹ ਜਿਹੜਾ ਨਾ ਉਹ ਡਿਜ਼ਾਈਨ ਕਰਦੇ ਆ ਸੀਮਟ ਤੇ ਸਰੀਏ ਤੋਂ ਬਗੈਰ ਘਰ ਜਿਹੜੇ ਆ ਨਾ। ਤੇ ਉਹ 2 ਠੇਕੇਦਾਰ ਹੈ ਬੜੇ ਅੱਛੇ ਘਰ ਜਿਹੜੇ ਆ ਨਾ ਉਹ ਬਣਾਉਂਦੇ ਆ। ਤੇ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਹੈ ਆ। ਤੇ ਇਹ ਹੁਣ ਸਮੀਉल्ला ਕੰਮ ਕਰ ਰਿਹਾ ਵਾ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਜਿਸ ਤਰ੍ਹਾਂ ਇਹ ਫੇਰੇਗਾ। ਤੇ ਫਿਰ ਇਹਦੇ ਤੋਂ ਬਾਅਦ ਗੱਲ ਕਰਾਂਗੇ। ਅੱਜ ਨੰਬਰਦਾਰ ਖਾਲਦ ਨਹੀਂ ਮੌਜੂਦ ਕਿਉਂਕਿ ਉਹ ਕਿਸੇ ਕੰਮ 'ਚ ਨਾ ਜਿਹੜਾ ਵਾ ਮਸਰੂਫ ਹਨ। ਤੇ ਕੱਲ੍ਹ ਨੂੰ ਫਿਰ ਉਹ ਦੱਸਾਂਗੇ ਕਿ ਉਹਨਾਂ ਦਾ ਕੰਮ ਕਿਆ ਸੀ।
ਤੇ ਜਿਸ ਤਰ੍ਹਾਂ ਕੰਮ ਹੁੰਦਾ ਤੇ ਫਿਰ ਜਿਹੜਾ ਨਾ ਉਹ ਦੱਸਦੇ ਹਾਂ। ਤੇ ਲੋ ਜੀ, ਇਹ ਸਮੀਉੱਲਾ ਦਾ ਬੇਟਾ ਵਾ ਹਾਰਸ। ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਵਾ ਕੰਮ ਕਰਨ ਦਾ, ਤੇ ਉਹ ਵੀ ਨਾ ਕਹਿੰਦਾ ਮੈਂ ਵੀ ਕਹਾਣੀ ਜਿਹੜੀ ਹੈ ਨਾ ਉਹ ਕਰਨੀ ਆ। ਤੇ ਇਹ ਹਾਰਸ ਜਿਹੜਾ ਨਾ, ਇਹਨੂੰ ਜਾਨਵਰਾਂ ਦਾ ਵੀ ਬੜਾ ਸ਼ੌਕ ਆ। ਇਹਦੇ ਕੋਲ ਕਬੂਤਰ, ਮੁਰਗੇ, ਖਰਗੋਸ਼, ਇਸ ਟਾਈਪ ਦੇ ਜਾਨਵਰ ਜਿਹੜੇ ਆ ਨਾ ਇਹ ਹੈ ਆ। ਤੇ ਇਹ ਦੇਖੋ ਕਿ ਸਮੀਉੱਲਾ ਹੁਣ ਗਰਮਾਲਾ ਫੇਰ ਰਿਹਾ ਵਾ। ਤੇ ਇਸ ਤੋਂ ਬਾਅਦ ਜਿਹੜੀ ਹੈ ਨਾ ਸ਼ਕਲ ਜਿਹੜੀ ਹੈ ਨਾ ਉਹ ਕੰਨ ਦੀ ਜਦੋਂ ਨਿਕਲੇਗੀ ਤੇ ਫਿਰ ਤੁਹਾਨੂੰ ਨਾ ਉਹ ਦਿਖਾਵਾਂਗੇ ਬਾਕੀ ਗੱਲਾਂ। ਫਿਰ ਜੀ अस्सलाम वालेकुम। ਤੇ ਦੂਸਰਾ ਮਰਹਲਾ ਵੀਡੀਓ ਦਾ ਸ਼ੁਰੂ। ਤੇ ਤਕਰੀਬਨ 3 ਘੰਟੇ ਹੋ ਗਏ ਆ ਸਾਨੂੰ ਕੰਮ ਕਰਦੇ ਹੋਏ। ਤੇ ਜਿਹੜਾ ਨਾ ਦੀਵਾਰ ਤਕਰੀਬਨ ਮੁਕੰਮਲ ਹੋ ਗਈ ਹੈ। ਦੀਵਾਰ 25 ਤੇ 10 ਕੋਈ 35 ਫੁੱਟ ਇਸ ਦੀ ਲੰਬਾਈ ਸੀ ਤੇ 6 ਫੁੱਟ ਜਿਹੜੀ ਹੈ ਨਾ ਇਸ ਦੀ ਉਚਾਈ ਹੈ। ਤੇ ਸਮੀਉੱਲਾ ਤਕਰੀਬਨ ਆਪਣਾ ਕੰਮ ਨਾ ਸਮੀਉੱਲਾ ਆਪਣਾ ਕੰਮ ਨਾ ਖਤਮ ਕਰਨ ਦੇ ਕਰੀਬ ਆ। ਤੇ ਉਹ ਤੁਹਾਨੂੰ ਦਿਖਾਉਂਦੇ ਆ। ਤੇ ਆਉਂਦਾ ਕਿ ਰਾਤ ਦੇ ਹੁਣ ਕੋਈ 9:30 ਵੱਜ ਚੁੱਕੇ ਆ। ਤੇ ਜ਼ੈਦ ਆ ਗਿਆ ਵਾ ਖਾਣਾ ਲੈ ਕੇ। ਤੇ ਲਾਈਟ ਜਿਹੜੀ ਹੈ ਨਾ 2 ਲਾਈਟਾਂ ਇਹ ਜੜਦੀਆਂ ਵਾ, ਤੀਸਰੀ ਲਾਈਟ ਜਿਹੜੀ ਹੈ ਨਾ ਇਹ ਜੜਦੀ ਹੈ। ਤੇ ਇਹ ਸਮੀਉੱਲਾ ਨਾ ਆਪਣਾ ਆਖਰੀ ਫਿਨਿਸ਼ਿੰਗ ਟੱਚ ਯਾਨੀ ਕਿ ਜਿਹੜੇ ਹੈ ਨਾ ਉਹ ਦੇ ਰਿਹਾ ਵਾ। ਤੇ ਬਾਕੀ ਸੁਬਾਹ ਜਿਹੜਾ ਨਾ ਤੁਹਾਨੂੰ ਦਿਖਾਵਾਂਗੇ ਕਿ ਕਿਆ ਲੁੱਕ। ਹੁਣ 7 ਦਾ ਟਾਈਮ ਹੈ ਤੇ ਰਾਤ ਅਸੀਂ ਜਿਹੜੀ ਦੀਵਾਰ ਆ ਨਾ ਉਹ ਕੰਧ ਯਾਨੀ ਕਿ ਜਿਹੜੀ ਉਹ ਲਿਪ ਲਈ ਸੀ। ਤੇ ਹੁਣ ਤੁਸੀਂ ਪਿੱਛੇ ਉਸ ਦਾ ਵਿਊ ਜਿਹੜਾ ਵਾ ਨਾ ਉਹ ਦੇਖ ਰਹੇ ਹੋਣੇ। ਤੇ ਹਾਲਾਂਕਿ ਇੱਕ ਛੋਟਾ ਜਿਹਾ ਕੰਮ ਸੀ ਲੇਕਿਨ ਇਹਦੇ 'ਚ ਵੀ ਨਾ ਸਾਨੂੰ ਕੋਈ 1 ਸਾਲ ਲੱਗ ਗਿਆ। ਪਿਛਲੇ ਸਾਲ ਇਹਨਾਂ ਦਿਨਾਂ 'ਚ ਨਾ ਜਿਹੜਾ ਵਾ ਇਹ ਜਿਹੜੇ ਕੋਠੇ ਡਿੱਗੇ ਸੀ, ਲੇਕਿਨ ਉਸ ਤੋਂ ਬਾਅਦ ਦੀਵਾਰ ਜਿਹੜੀ ਹੈ ਨਾ ਲਿਪਣ ਦਾ ਸੋਚਦੇ ਰਹੇ ਤੇ ਪਰ ਉਹ ਕੰਮ ਨਹੀਂ ਹੋ ਸਕਿਆ। ਛੋਟੇ ਛੋਟੇ ਕੰਮ ਜਿਹੜੇ ਹੁੰਦੇ ਆ ਨਾ ਅਗਰ ਨਾ ਕਰੀਏ ਤੇ ਰਹਿ ਜਾਂਦੇ ਆ। ਤੇ ਵੱਡੇ ਵੱਡੇ ਕੰਮ ਜਦੋਂ ਸ਼ੁਰੂ ਕਰ ਲਏ ਜਾਣ ਤੇ ਉਹ ਫਿਰ ਜਿਹੜੇ ਆ ਨਾ ਉਹ ਹੋ ਜਾਂਦੇ ਆ। ਇਸੇ ਤਰ੍ਹਾਂ ਅਸੀਂ ਜ਼ਿੰਦਗੀ ਜਿਹੜੀ ਹੈ ਨਾ ਉਹ ਬੜੀ ਸਾਦਾ ਵਾ। ਅਸੀਂ ਇਹਨੂੰ ਨਾ ਪਚੀਦਾ ਬਣਾ ਲਿਆ। ਕਈ ਵਾਰੀ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਅੱਗੇ ਦੀ ਤਰਫ ਜਾ ਰਹੇ ਹਾਂ। ਜਿਸ ਤਰ੍ਹਾਂ ਇਨਸਾਨ ਜਿਹੜਾ ਵਾ ਨਾ ਜਦੋਂ 40 ਸਾਲ ਦਾ ਹੁੰਦਾ ਵਾ ਤੇ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਹੁਣ ਉਹ ਤਾਕਤ ਨਹੀਂ ਰਹੀ ਹੈ ਜਿਹੜੀ ਕਿ ਉਸ ਵਿੱਚ ਪਹਿਲੇ ਸੀ। ਤੇ ਜਦੋਂ ਇਨਸਾਨ 50 ਤੋਂ ਉੱਪਰ ਜਾਂਦਾ ਵਾ ਤੇ ਫਿਰ ਉਸ ਦਾ ਉਹ ਹੁਸਨ ਜਿਹੜਾ ਵਾ ਨਾ ਉਹ ਨਹੀਂ ਰਹਿੰਦਾ ਹੈ। ਉਹ ਹੁਸਨ ਜਿਹੜਾ ਵਾ ਨਾ ਉਹ ਗੁਆ ਪੈਂਦਾ ਵਾ ਜਿਹੜਾ। ਇਸ ਤਰ੍ਹਾਂ ਹੀ ਇਨਸਾਨ ਜਦੋਂ 60 ਤੇ ਪਹੁੰਚਦਾ ਵਾ, 60 ਤੋਂ ਉੱਪਰ ਜਾਂਦਾ ਵਾ ਤੇ ਫਿਰ ਉਹ ਪਾਵਰ ਜਿਹੜੀ ਉਸ ਨੂੰ ਸਰਕਾਰੀ ਅਹੁਦੇ ਦੀ ਨਿਸਬਤ ਹੁੰਦੀ ਆ, ਜਿੱਥੇ ਉਹ ਕਹਿੰਦਾ ਕਿ ਮੈਂ ਇੱਕ ਕਲਮ ਦੀ ਮਾਰ ਨਾਲ ਜਿਹੜਾ ਵਾ ਨਾ ਬਹੁਤ ਕੁਝ ਬਦਲ ਸਕਦਾ ਵਾਂ। ਫਿਰ ਉਹ ਉਸ ਦੀ ਉਹ ਤਾਕਤ ਵੀ ਖਤਮ ਹੋ ਜਾਂਦੀ ਆ ਤੇ ਫਿਰ ਉਹ ਇਸ ਤਰ੍ਹਾਂ ਹੀ ਬਿਲਕੁਲ ਨਾ ਬੇਕਾਰ ਜਾ ਹੋ ਜਾਂਦਾ। ਇੱਕੋ ਬੰਦਾ ਜਿਹਦੇ ਤੇ ਪੂਰਾ ਸੂਬਾ ਚੱਲਦਾ ਹੁੰਦਾ, ਬਾਅਦ ਵਿੱਚ ਕੋਈ ਨਾਇਬ ਕਾਸਦ ਵੀ ਉਸ ਦੀ ਗੱਲ ਨਹੀਂ ਸੁਣਦਾ। ਇਸੇ ਤਰ੍ਹਾਂ ਜਦੋਂ ਇਨਸਾਨ 70 ਤੋਂ ਉੱਪਰ ਜਾਂਦਾ ਵਾ ਤੇ ਫਿਰ ਉਸ ਲਈ ਇਹ ਚੀਜ਼ ਬੇਈਮਾਨੀ ਹੋ ਜਾਂਦੀ ਹੈ ਕਿ ਘਰ ਵੱਡਾ ਵਾ ਜਾਂ ਛੋਟਾ ਵਾ, ਕਿਉਂਕਿ ਉਹ ਘਰ 'ਚ ਜਿਹੜਾ ਵਾ ਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਹੋਏ ਉਸ ਨੂੰ ਜਿਹੜਾ ਵਾ ਨਾ ਤਕਲੀਫ ਹੁੰਦੀ ਹੈ। 80 ਤੋਂ ਬਾਅਦ ਜਿਹੜਾ ਤੁਹਾਡਾ ਬੈਂਕ ਬੈਲੈਂਸ ਹੁੰਦਾ ਵਾ ਨਾ ਉਹ ਤੁਹਾਡੇ ਲਈ ਬੇਈਮਾਨੀ ਹੋ ਜਾਂਦਾ ਵਾ, ਕਿਉਂਕਿ ਤੁਸੀਂ ਉਹਦਾ ਤੁਹਾਡੇ ਲਈ ਕੋਈ ਇਸਤੇਮਾਲ ਨਹੀਂ ਹੁੰਦਾ। ਤੁਸੀਂ ਉਸ ਨੂੰ ਕੁਛ ਨਹੀਂ ਕਰ ਸਕਦੇ। ਤੇ ਇਸ ਤਰ੍ਹਾਂ ਹਾਲਾਂਕਿ ਅਸੀਂ ਇਸ ਚੱਕਰ 'ਚ ਹੁੰਦੇ ਹਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਐਸਟ ਹਾਸਲ ਕਰੀਏ, ਅਸੀਂ ਜਿਹੜੀ ਹੈ ਨਾ ਪਾਵਰ ਹਾਸਲ ਕਰੀਏ। ਤੇ ਆ ਮੌਜੂਦਾ ਦੌਰ ਜਿਹੜਾ ਵਾ ਮੈਂ ਤੈਨੂੰ ਕਹਿੰਦਾ ਕਿ ਇਹ ਸ਼ੀਸ਼ੇ ਦਾ, ਲੋਹੇ ਦਾ ਤੇ ਪੱਥਰ ਦਾ ਦੌਰ ਆ ਕਿ ਲੋਕ ਜਿਹੜੇ ਆ ਨਾ ਮਕਾਨ ਬਣਾਉਂਦੇ ਆ ਪੱਥਰ ਦੀ ਸ਼ਕਲ 'ਚ ਤੇ ਗੱਡੀਆਂ ਲੈਂਦੇ ਆ ਲੋਹੇ ਦੀ ਸ਼ਕਲ 'ਚ। ਤੇ ਇਹ ਸਕਰੀਨ ਵਾਲਾ ਜਿਹੜਾ ਵਾ ਸ਼ੀਸ਼ਾ ਆ ਗਿਆ ਜਿਸ ਵਿੱਚ ਤੁਸੀਂ ਮੁਖਤਲਿਫ ਮੋਬਾਈਲ ਕਰ ਸਕਦੇ ਤੇ ਟੀਵੀ ਵਗੈਰਾ ਜਿਹੜੇ ਹਨ ਇਹ ਚੀਜ਼ਾਂ। ਸਾਡੀ ਦੌੜ ਜਿਹੜੀ ਹੈ ਨਾ ਬਸ ਇਹਨਾਂ 3 ਸ਼ੈਵਾਂ ਦੀ ਗਿਰਦ ਜਿਹੜੀ ਹੈ ਨਾ ਇਸ ਟਾਈਮ
ਘੁੰਮ ਰਹੀ ਹੈ। ਜ਼ਿਆਦਾ ਵਕਤ ਅਸੀਂ ਜਿਹੜਾ ਲਗਾਉਂਦੇ ਆ ਨਾ ਉਹ ਇਹਨਾਂ ਚੀਜ਼ਾਂ ਦੀ ਸਹੂਲਤ ਲਗਾਉਂਦੇ ਹਾਂ। ਸਾਡਾ ਕਿਸਾਨ ਜਿਹੜਾ ਕਿ ਪਹਿਲੇ ਅੱਜ ਤੋਂ 70-80 ਸਾਲ ਪਹਿਲੇ ਬੜੀ ਉਸਦੀ ਸਾਦਾ ਜ਼ਿੰਦਗੀ ਸੀ, ਉਸਨੇ ਇੱਕ ਇੱਕ ਕਰਕੇ ਕੰਮ ਜਿਹੜੇ ਆ ਨਾ ਛੱਡਣੇ ਸ਼ੁਰੂ ਕਰ ਦਿੱਤੇ ਤੇ ਹੁਣ ਉਸ ਕੋਲ ਨਾ ਕੰਮ ਕੋਈ ਨਹੀਂ। ਤੇ ਫਿਰ ਅਸੀਂ ਰੋਂਦੇ ਹਾਂ ਕਿ ਕਿਸਾਨ ਜਿਹੜਾ ਨਾ ਬਦਹਾਲ ਹੋ ਗਿਆ। ਕਿਸਾਨ ਨੇ ਡੰਗਰ ਜਿਹੜੇ ਆ ਨਾ ਉਹ ਛੱਡ ਦਿੱਤੇ, ਕਿਸਾਨਾਂ ਨੇ ਮੁਰਗੀਆਂ ਪਾਲਣੀਆਂ ਛੱਡ ਦਿੱਤੀਆਂ, ਬੱਕਰੀਆਂ ਵਾਲਾ ਕੰਮ ਜਿਹੜਾ ਵਾ ਨਾ ਉਹ ਛੱਡ ਦਿੱਤਾ। ਫਿਰ ਅਸੀਂ ਜਿਹੜੀਆਂ ਥੋੜ੍ਹੀਆਂ ਸਬਜ਼ੀਆਂ ਲਗਾਉਂਦੇ ਹੁੰਦੇ ਸੀ ਅਸੀਂ ਉਹ ਛੱਡ ਦਿੱਤੀਆਂ। ਅਸੀਂ ਦਰਖਤ ਜਿਹੜੇ ਆ ਨਾ ਉਹ ਖਤਮ ਕਰ ਦਿੱਤੇ ਸੀ, ਫਲਦਾਰ ਦਰਖਤ ਵੀ ਜਿਹੜੇ ਆ ਨਾ ਉਹ ਨਹੀਂ ਰਹਿਣ ਦਿੱਤੇ ਤਾਂ ਕਿ ਪਲਾਟ ਸਾਡੇ ਸਾਫ਼ ਸੁਥਰੇ ਨਜ਼ਰ ਆਉਣ। ਅਤੇ ਹੁਣ ਉਹਦਾ ਨਤੀਜਾ ਇਹ ਹੈ ਕਿ ਤੁਸੀਂ ਇੱਕ ਕਰਾਪ ਲਾਉਂਦੇ ਆ, ਅਗਰ ਉਸ ਫਸਲ ਦਾ ਰੇਟ ਨਹੀਂ ਅੱਛਾ ਨਹੀਂ ਹੁੰਦਾ ਜਾਂ ਉਸ ਫਸਲ ਨੂੰ ਕੋਈ ਮਸਲਾ ਬਣ ਜਾਂਦਾ ਵਾ ਤੇ ਤੁਸੀਂ ਬਿਲਕੁਲ ਜਿਹੜਾ ਵਾ ਨਾ ਕਹਿੰਦੇ ਰੜੇ 'ਤੇ ਪੈ ਨਹੀਂ ਅਤੇ ਤੁਹਾਡੇ ਕੋਲ ਕੋਈ ਸੈਕੰਡ ਆਪਸ਼ਨ ਨਹੀਂ ਹੁੰਦੀ। ਮੈਂ ਕਹਿੰਦਾ ਕਿ ਅੱਜ ਕੱਲ੍ਹ ਦੇ ਦੌਰ 'ਚ ਵੀ ਅਗਰ ਇੱਕ ਬੰਦਾ ਸਿਰਫ ਇੱਕ ਮੱਝ ਰੱਖਦਾ ਵਾ ਔਰ ਥੋੜ੍ਹੀ ਜਿਹੀ ਜਗ੍ਹਾ 'ਚ ਉਹ ਆਪਣੀਆਂ ਸਬਜ਼ੀਆਂ ਲਾਉਂਦਾ ਵਾ, 2-4 ਉਸ ਕੋਲ ਫਲਦਾਰ ਦਰਖਤ ਹੈ ਆ, ਇੱਕ ਅੱਧਾ ਕੋਈ ਤਕੜਾ ਸਾਇਆਦਾਰ ਦਰਖਤ ਹੈ ਆ, ਅਤੇ ਉਸਦੇ ਬਹੁਤ ਸਾਰੇ ਮਸਾਇਲ ਜਿਹੜੇ ਆ ਨਾ ਉਹ ਹੱਲ ਹੋ ਜਾਂਦੇ ਆ। ਅਤੇ ਕਿਉਂਕਿ ਜ਼ਿੰਦਗੀ ਨੂੰ ਤੁਸੀਂ ਜਿਤਨਾ ਸਾਦਾ ਕਰਨਾ ਚਾਹੋ ਉਤਨੀ ਸਾਦਾ ਹੋ ਜਾਂਦੀ ਹੈ, ਜਿਸ ਤਰ੍ਹਾਂ ਕੰਪਲੀਕੇਟਡ ਕਰਨਾ ਚਾਹੋ ਤੇ ਉਹ ਕੰਪਲੀਕੇਟਡ ਹੁੰਦੀ ਹੈ। ਜਿਸ ਤਰ੍ਹਾਂ ਕੱਪੜੇ ਦੀ ਗੱਲ ਲੈ ਲਈਏ ਅਸੀਂ ਤੇ ਦੇਖੋ ਕਿ ਪਹਿਲੇ ਕਪਾਹ ਖੇਤਾਂ ਚੁੱਗਦੀ ਸੀ, ਉਹ ਕੱਤੀ ਜਾਂਦੀ ਸੀ, ਧਾਗਾ ਉਹਦਾ ਨੀਚੇ ਬਣਦਾ ਸੀ ਤੇ ਫਿਰ ਉਹ ਸਾਡੇ ਜਿਹੜੇ ਖੱਦਰ ਦੇ ਕੱਪੜੇ ਬਣਦੇ ਸੀ ਜਾਂ ਖੇਸ ਦਰੀਆਂ ਬਣਦੀਆਂ ਸੀ। ਤੇ ਸਾਲ 'ਚ 1-2 ਹੀ ਸੂਟ ਜਿਹੜਾ ਵਾ ਨਾ ਯਾਨੀ ਕਿ ਚਾਦਰਾ ਕਮੀਜ਼ ਸਮਝ ਲਓ ਜਾਂ ਸ਼ਲਵਾਰ ਕਮੀਜ਼ ਸਮਝ ਲਓ ਉਹ ਬਣਦਾ ਸੀ। ਤੇ ਉਸ ਤੋਂ ਬਾਅਦ ਫਿਰ ਫੈਸ਼ਨ ਜਿਹੜਾ ਨਾ ਡਿਵੈਲਪ ਹੋ ਗਿਆ ਜਦੋਂ ਅਸੀਂ ਮਾਨਚੈਸਟਰ ਤੋਂ ਆਏ ਹੋਏ ਕੱਪੜੇ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਇੱਕ ਵਕਤ ਵਿੱਚ, ਅਤੇ ਕੰਮ ਫਿਰ ਵੱਧਦਾ। ਫਿਰ ਗਰਮੀਆਂ ਅਤੇ ਸਰਦੀਆਂ ਦੇ ਫੈਸ਼ਨ ਆ ਗਏ, ਇਹ ਕਹਿੰਦੇ ਕੁਛ ਸੂਟ ਸਰਦੀਆਂ ਦੇ ਕੁਛ ਗਰਮੀਆਂ ਦੇ। ਲੇਕਿਨ ਫਿਰ ਵੀ ਇਨਸਾਨ ਨਾ ਇੱਥੇ ਨਹੀਂ ਰੁਕਿਆ, ਉਹਨਾਂ ਨੇ ਫੈਸ਼ਨ ਨੂੰ ਹੋਰ ਫਾਸਟ ਕਰ ਦਿੱਤਾ ਕਿ ਮਹੀਨੇ ਬਾਅਦ ਨਵੇਂ ਡਿਜ਼ਾਈਨ ਆਉਣੇ ਸ਼ੁਰੂ ਹੋ ਗਏ। ਫਿਰ ਇਹ ਗੱਲ ਪਹੁੰਚਦੀ 7 ਦਿਨਾਂ 'ਤੇ ਚਲੀ ਗਈ ਅਤੇ ਹੁਣ ਚੀਨ ਦੀ ਇੱਕ ਫਰਮ ਆ ਫੈਸ਼ਨ ਦੀ ਜਿਹੜੀ ਕਿ ਹਰ ਤੀਸਰੇ ਦਿਨ ਨਾ ਜਿਹੜਾ ਵਾ ਨਵਾਂ ਡਿਜ਼ਾਈਨ ਲੈ ਕੇ ਆ ਰਹੀ ਆ। ਅਤੇ ਕੱਪੜਾ ਵੀ ਅਸੀਂ ਉਹ ਹੁਣ ਜਿਹੜਾ ਇਸਤੇਮਾਲ ਕਰ ਰਹੇ ਹਾਂ ਉਹ ਪਲਾਸਟਿਕ ਹੁੰਦਾ ਹੈ ਅਤੇ ਉਹ ਕੱਪੜਾ ਡਿਸਪੋਜ਼ ਵੀ ਨਹੀਂ ਹੁੰਦਾ ਅਤੇ ਬੜੀ ਜਲਦੀ ਸਾਡੇ ਫਿਰ ਅਸੀਂ ਇਹ ਦੇਖਦੇ ਹਾਂ ਕਿ ਇਹ ਕੱਪੜਾ ਅਸੀਂ ਇੱਕ ਵਾਰੀ ਪਾ ਲਿਆ, ਹੁਣ ਦੁਬਾਰਾ ਨਹੀਂ ਪਾਉਣਾ ਹੈ। ਅਤੇ ਉਹ ਇਸ ਤਰ੍ਹਾਂ ਕੱਪੜਿਆਂ ਦੇ ਨਾ ਸਾਡੇ ਕੋਲ ਟਿਕ ਲੱਗਦੇ ਜਾਂਦੇ ਆ, ਉਹ ਟਿਕ ਜਿਹੜੇ ਆ ਉਹ ਇਸ ਤਰ੍ਹਾਂ ਕਚਰੇ ਦੀ ਸ਼ਕਲ 'ਚ ਬਾਹਰ ਪੈ ਜਾਂਦੇ ਆ। ਅਤੇ ਇਹ ਪਲਾਸਟਿਕ ਜਿਹੜਾ ਵਾ ਨਾ ਇਸ ਨੇ ਵੀ ਸਾਡੀ ਜ਼ਿੰਦਗੀ ਨੂੰ ਬਹੁਤ ਖਰਾਬ ਕੀਤਾ ਵਾ, ਚਾਹੇ ਉਹ ਸ਼ਾਪਰ ਬੈਗਾਂ ਦੀ ਸ਼ਕਲ 'ਚ ਆ ਜਾਂ ਬੋਤਲਾਂ ਦੀ ਸ਼ਕਲ 'ਚ ਆ ਜਾਂ ਕਿ ਕੱਪੜੇ ਦੀ ਸ਼ਕਲ 'ਚ ਆ, ਇਹਨੇ ਵੀ ਸਾਰੀ ਦੁਨੀਆ 'ਤੇ ਨਾ ਜਿਹੜਾ ਵਾ ਗੰਦ ਹੀ ਪਾਇਆ ਹੋਇਆ ਵਾ। ਹਾਲਾਂਕਿ ਅਸੀਂ ਇਹ ਸੋਚਦੇ ਹਾਂ ਕਿ ਇਹ ਸਹੂਲਤ ਆ, ਲੇਕਿਨ ਇਹਨੇ ਸਾਰੀ ਦੁਨੀਆ ਨੂੰ ਨਾ ਜਿਹੜਾ ਕਚਰਾ ਘਰ ਜਿਹੜਾ ਨਾ ਬਣਾ ਦਿੱਤਾ ਵਾ। ਪਲਾਸਟਿਕ ਨੂੰ ਇਸਤੇਮਾਲ ਕਰਦੇ ਹੋਏ ਸਾਡੀ ਵੀ ਨਾ ਜ਼ਿੰਦਗੀ ਜਿਹੜੀ ਪਲਾਸਟਿਕ ਵਰਗੀ ਹੋ ਗਈ ਆ। ਬਸ ਇਸ ਤਰ੍ਹਾਂ ਹੀ ਡਿਸਪੋਜ਼ੇਬਲ ਜੇ ਰਿਲੇਸ਼ਨ ਹੋ ਗਏ ਆ, ਪਾਏਦਾਰ ਤਲਕ ਨਹੀਂ ਰਹੇ। ਜਿਸ ਤਰ੍ਹਾਂ ਪਲਾਸਟਿਕ ਥੋੜ੍ਹੇ ਜਿਹੇ ਅਰਸੇ ਲਈ ਇਸਤੇਮਾਲ ਹੁੰਦਾ, ਇਸ ਤਰ੍ਹਾਂ ਹੀ ਸਾਡੇ ਤਲਕ ਅਤੇ ਰਿਸ਼ਤੇ ਨਾਤੇ ਉਹ ਵੀ ਬਸ ਇਸ ਤਰ੍ਹਾਂ ਹੀ ਥੋੜ੍ਹੇ ਵਕਤਾਂ ਲਈ ਇਸਤੇਮਾਲ ਹੁੰਦੇ। ਅਤੇ
ਇਹ ਸੀ ਛੋਟੀ ਜੀ ਇੱਕ ਵੀਡੀਓ, ਤੇ ਬਾਕੀ ਅਪਡੇਟ ਤੁਹਾਨੂੰ ਜਿਹੜਾ ਵਾ ਨਾ ਉਹ ਦਿੰਦੇ ਰਵਾਂਗੇ ਜਿਸ ਤਰ੍ਹਾਂ ਹੋਏਗੀ। ਮਜ਼ੀਦ ਅਸੀਂ ਪੌਦੇ ਜਿਹੜੇ ਆ ਨਾ ਹੌਲੀ ਹੌਲੀ ਹੁਣ ਲਾਉਣਾ ਸ਼ੁਰੂ ਕਰਾਂਗੇ। ਤੇ ਸਫੀਉੱਲਾ ਜਿਹੜਾ ਵਾ ਨਾ ਉਹ ਬਿਲਕੁਲ ਹੈ ਐਕਟਿਵ ਆ ਕਿ ਉਹ ਪੌਦੇ ਜਿਹੜੇ ਆ ਨਾ ਉਹ ਹੌਲੀ ਹੌਲੀ ਕਰਕੇ ਲਗਾਦੇ। ਪਹਿਲੇ ਹੁਣ ਫਲਦਾਰ ਪੌਦੇ ਲਗਾਵਾਂਗੇ, ਉਸ ਤੋਂ ਬਾਅਦ ਕੋਈ ਜਿਹੜੇ ਸਾਇਆਦਾਰ ਜਿਹੜੇ ਡੇਰੇ 'ਚ ਲੱਗ ਸਕਦੇ ਆ ਉਹ ਲਗਾਵਾਂਗੇ। ਤੇ ਇਹਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਆ। ਮੈਨੂੰ ਜੋ ਇਜਾਜ਼ਤ ਕਰਨ ਲਈ ਕਿ ਜਿਸ ਤਰ੍ਹਾਂ ਖਾਲਸ ਨੰਬਰਦਾਰ ਕਹਿੰਦਾ ਕਿ ਪੰਜਾਬੀ ਜਿੱਥੇ ਵੀ ਵਸਦੇ ਰਹਿਣ। ਪੰਜਾਬ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।